ਗੱਲ ਇਹ ਕਿ ਅਗਰ ਅੰਗਰੇਜ਼ ਨਾ ਆਉਂਦੇ ਤੇ ਮੁਸਲਮਾਨਾਂ ਦੇ ਵਿੱਚ ਸੋਚ ਨਾ ਪੈਦਾ ਹੁੰਦੀ। ਬਿਆਨੀਆਂ ਬਣਾਇਆ ਗਿਆ ਆਰਟੀਫੀਸ਼ੀਅਲੀ। ਅਦਰਵਾਈਜ਼ ਤੇ ਮੁਸਲਮਾਨ ਅੱਜ ਵੀ ਕਿਆ ਪਾਕਿਸਤਾਨ ਦੇ ਵਿੱਚ ਮੁਸਲਮਾਨ ਕੌਮ ਨੇ? ਜਾਂ ਤੁਸੀਂ ਉਹ ਲੋਕਾਂ ਨਹੀਂ ਕੋਲ ਨਹੀਂ ਇਹ ਤਾਂ ਗੱਲ ਸਮਝ ਜਾਂਦੀ ਹੈਗੀ। ਇਹ ਜਦੋਂ ਅਸਲ 'ਚ ਜਦੋਂ ਵੰਡ ਹੋ ਗਈ ਨਾ ਤੇ ਇਹ ਕੀ ਹੋਇਆ ਕਿ ਇੱਥੋਂ ਦਾ ਜਿਹੜਾ ਹੈ ਨਾ ਇਸਟੈਬਲਿਸ਼ਮੈਂਟ ਉੱਪਰ ਵਾਲਾ ਤਬਕਾ, ਰੂਲਿੰਗ ਇਲੀਟ ਜਿਹੜੀ ਹੈ, ਉਹਨਾਂ ਨੂੰ ਜਨਾਬ ਉਹਨਾਂ ਦੇ ਤੇ ਗੇਮ ਉਹਨਾਂ ਦੇ ਹੱਥ 'ਚ ਆ ਗਈ ਨਾ। ਉਹਨਾਂ ਇੱਕ ਮੇਰਾ ਖਿਆਲ ਹੈ ਉਹਨਾਂ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਸ਼ੌਰੀ ਤੌਰ ਤੇ ਇੱਕ ਬਿਆਨੀਆ ਤਸ਼ਕੀਲ ਦਿੱਤਾ। ਉਹ ਮਜ਼ਹਬੀ ਬਿਆਨੀਆ ਸੀ। ਉਹਨਾਂ ਨੇ ਇੱਕ ਬਿਆਨੀਆ ਬਣਾਇਆ ਔਰ ਉਹਦੇ ਜਿਹਦਾ ਮਤਲਬ ਇਹ ਹੋਇਆ ਕਿ ਜਨਾਬ ਇਹ ਜਿਹੜੀ ਵੰਡ ਜਿਹਦਾ ਇੱਕ ਪਹਿਲੂ ਵਾਜ਼ੇ ਪਹਿਲੂ ਇਹ ਹੈਗਾ ਸੀ ਕਿ ਜਿਹੜੀ ਵੰਡ ਹੈ ਨਾ ਮਜ਼ਹਬੀ ਬੁਨਿਆਦਾਂ ਤੇ ਹੋਈ ਤੇ ਠੀਕ ਹੋਈ ਹੈ। ਨਹੀਂ ਤੇ ਤੁਸੀਂ ਮਜ਼ਹਬੀ ਬੁਨਿਆਦਾਂ ਤੋਂ ਇਲਾਵਾ ਵੰਡ ਕਰਵਾ ਕਿਵੇਂ ਸਕਦੇ ਸੀ? ਮੈਨੂੰ ਆਰਗੂਮੈਂਟ ਹੈ ਕੋਈ ਨਹੀਂ ਸੀ ਹੋਰ ਕੋਈ, ਉਹ ਹੈ ਵੀ ਨਹੀਂ। ਅਗਰ ਮਜ਼ਹਬੀ ਬੁਨਿਆਦਾਂ ਤੇ ਹੀ ਹੋਇਆ ਹੈ ਉਹਨੂੰ ਫਿਰ ਜ਼ਿਆਦਾ ਪ੍ਰੋਪੇਗੇਟ ਕੀਤਾ ਗਿਆ ਨਾ। ਉਹਦੀ ਵੰਡ ਦੇ ਵਿੱਚ ਮਜ਼ਹਬ ਦਾ ਜਿਹੜਾ ਬੀਜ ਹੈ ਨਾ ਉਹ ਰੱਖਿਆ ਗਿਆ ਤੇ ਉਹਨੂੰ ਫਿਰ ਉਹ ਤਨਾਵਰ ਦਰਖਤ ਬਣਾਉਣ 'ਚ ਫਿਰ ਇਹਨਾਂ ਨੂੰ ਆਬਿਆਰੀ ਕੀਤੀ ਨਾ, ਉਹ ਤਨਾਵਰ ਦਰਖਤ ਬਣ ਗਿਆ। ਗੱਲ ਬੁਨਿਆਦੀ ਇਹ ਵੇ, ਅਗਰ ਤੁਸੀਂ ਵੀ ਇਹ ਕਹਿੰਦੇ ਹੋ ਕਿ ਮੈਂ ਉਹਦਾ ਹਾਮੀ ਨਹੀਂ ਹੈਗਾ, ਮੈਂ ਕਹਿੰਦਾ ਹੋਇਆ ਇੰਜ ਹੈ। ਨਹੀਂ ਮੇਰੇ ਫੈਕਟਰ ਸਿਚੁਏਸ਼ਨ ਹੈ। ਕਹਿਣ ਦਾ ਮਕਸਦ ਇਹ ਕਿ ਅਗਰ ਤੁਸੀਂ ਇਸ ਗੱਲ ਤੇ ਇਤਫਾਕ ਕਰਦੇ ਹੋ ਕਿ ਜਿਹੜੀ ਇੰਡੀਆ ਦੀ ਤਕਸੀਮ ਹੋਈ ਹੈ ਮਜ਼ਹਬ ਦੀ ਬੁਨਿਆਦ ਤੇ ਹੀ ਹੋਈ ਹੈ, ਇਹਦੇ ਤੋਂ ਇਲਾਵਾ ਕੋਈ ਦੂਸਰਾ? ਮੈਂ ਨਹੀਂ ਇਹ ਕਹਿੰਦਾ। ਤੁਸੀਂ ਨਹੀਂ ਕਹਿੰਦੇ? ਮੈਂ ਨਹੀਂ ਕਹਿੰਦਾ। ਮਜ਼ਹਬ ਤੋਂ ਇਲਾਵਾ ਕਿਸ ਬੁਨਿਆਦ ਤੇ ਹੋਈ ਹੈ? ਮੈਂ ਕਹਿੰਦਾ ਕਿ ਕਰਵਾਈ ਗਈ ਹੈ ਨਾ, ਉਹ ਕਰਵਾਈ ਗਈ ਜਾਂ ਕਰਵਾਈ ਗਈ ਔਰ ਇਹ ਕਰਵਾਈ ਗਈ ਔਰ ਉਹਦਾ ਇੱਕ ਆਰਗੂਮੈਂਟ ਜਿਹੜਾ ਵਾਜ਼ੇ ਵੱਡਾ ਆਰਗੂਮੈਂਟ ਇਹ ਰੱਖਿਆ ਗਿਆ ਸੀ। ਨਹੀਂ ਲੇਕਿਨ ਦੇਖੋ ਮੇਰੀ ਗੱਲ ਸੁਣੋ, ਮੈਂ ਜਿਹੜੀ ਪਹਿਲੇ ਅਰਜ਼ ਕੀਤੀ ਹੈ ਨਾ ਕਿ ਮੁਸਲਿਮ ਲੀਗ ਦਾ ਬੰਨਾ ਇਹ ਐਂਟੀ ਇੰਡੀਅਨ ਨੈਸ਼ਨਲ ਕਾਂਗਰਸ ਇਹਦਾ ਵਜੂਦ ਸੀ ਜਾਂ ਇਹਦਾ ਬਣਨਾ ਸੀ, ਠੀਕ ਹੋ ਗਿਆ। ਅੱਛਾ, ਫਿਰ ਇਹਦਾ ਫਿਰਕਾ ਵਾਰਾਨਾ ਬੁਨਿਆਦ ਤੇ ਬਣਨਾ, ਯਾਨੀ ਮੁਸਲਿਮ ਲੀਗ ਦਾ ਰੁਕਨ ਉਹੀ ਹੋ ਸਕਦਾ ਹੈ ਜਿਹੜਾ ਮੁਸਲਮਾਨ ਹੈ। ਅਦਰਵਾਈਜ਼ ਕਾਂਗਰਸ ਦੇ ਵਿੱਚ ਮੁਸਲਿਮ ਹੈ ਤਾਂ ਮੁਸਲਿਮ ਲੀਗ ਮੇਂ ਆ। ਹਾਂ, ਮਤਲਬ ਕਾਂਗਰਸ ਜਿਹੜੀ ਹੈ ਉਹਦੇ ਵਿੱਚ ਹਿੰਦੂ ਵੀ ਹੈ, ਮੁਸਲਮਾਨ ਹੈ, ਸਿੱਖ ਹੈ, ਪਾਰਸੀ ਹੈ, ਜੈਨ, ਪ੍ਰੋਮੀਨੈਂਟ ਮੁਸਲਿਮ ਸਕਾਲਰ ਤੇ ਮੁਸਲਿਮ ਪੋਲੀਟੀਸ਼ੀਅਨ ਪ੍ਰੋਮੀਨੈਂਟ ਜਿਹੜੇ ਉਹ ਕਾਂਗਰਸ ਦਾ ਹਿੱਸਾ ਸਨ। ਅਬੁਲ ਕਲਾਮ ਆਜ਼ਾਦ ਜੈਸੇ ਲੋਕ ਉਹਦੇ ਵਿੱਚ ਸ਼ਾਮਲ ਸਨ। ਹਾਂ, ਤੇ ਇਹ ਜਿਹੜਾ ਮੁਸਲਿਮ ਲੀਗ ਦੀ ਜਿਹੜੀ ਬੁਨਿਆਦ ਹੈ ਉਹੀ ਫਿਰਕਾ ਵਾਰਾਨਾ ਬੁਨਿਆਦ ਹੈ। ਉਹਦੀ ਜਿਹੜੀ ਪੋਲਿਟਿਕਸ ਹੈ ਉਹ ਫਿਰਕਾ ਵਾਰਾਨਾ ਹੈ। ਮਤਲਬ ਉਹਨੇ ਪਹਿਲਾ ਜਿਹੜਾ ਮੁਤਾਲਬਾ ਕੀਤਾ ਇਹ ਸਾਰਾ ਕੁਝ ਅੰਗਰੇਜ਼ਾਂ ਦੇ ਕਹਿਣ ਤੇ ਉਹਨਾਂ ਦੀ ਆਸ਼ੀਰਵਾਦ ਨਾਲ ਹੋ ਰਿਹਾ ਸੀ, ਲੇਕਿਨ ਉਹਨਾਂ ਦਾ ਆਪਣਾ ਪ੍ਰੋਜੈਕਟ ਹੈਗਾ ਸੀ। ਉਹਨਾਂ ਦਾ ਆਪਣਾ ਪ੍ਰੋਜੈਕਟ ਸੀ। ਮਤਲਬ ਉਹਨਾਂ ਨੇ ਮੁਸਲਿਮ ਲੀਗ ਨੇ ਜਿਹੜਾ ਮੁਤਾਲਬਾ ਕੀਤਾ, ਪਹਿਲਾ ਮੁਤਾਲਬਾ ਹੀ ਉਹਨਾਂ ਦਾ ਉਹ ਇਹ ਸੀ ਕਿ ਸੈਪਰੇਟ ਇਲੈਕਟੋਰੇਟ, ਯਾਨੀ ਜੁਦਾਗਾਨਾ ਇੰਤਖਾਬਾਤ ਹੋਣਗੇ, ਮੁਸਲਮਾਨ ਨੂੰ ਮੁਸਲਮਾਨ ਹੀ ਵੋਟ ਦੇਗਾ। ਕਿਉਂਕਿ ਫਿਰਕਾ ਵਾਰਾਨਾ ਜਮਾਤ ਦੀ ਬੁਨਿਆਦ ਰਖਵਾਈ ਗਈ ਸੀ, ਫਿਰਕਾ ਵਾਰਾਨਾ ਜਮਾਤ ਸੀ, ਫਿਰਕਾ ਵਾਰਾਨੇ ਉਹਦੇ ਮੁਤਾਲਬਾਤ ਰਹੇ ਨੇ। ਅਕਸਰ ਲੋਕ ਗੱਲ ਕਰਦੇ ਨੇ ਕਿ ਜੀ ਇਹ ਜਿਹੜੀ ਤਕਸੀਮ ਹੋਈ ਹੈ ਉਹ ਜਿਹੜੀ ਸੈਕੰਡ ਵਰਲਡ ਵਾਰ ਹੋਈ ਹੈ ਉਹਦੇ ਤੋਂ ਸ਼ੁਰੂ ਹੋਈ, ਫਲਾਂ ਤੋਂ ਸ਼ੁਰੂ ਹੋਈ, ਮੁਸਲਮਾਨਾਂ ਨੂੰ ਸੀਟਾਂ ਨਹੀਂ ਮਿਲੀਆਂ, ਇਹ ਹੋਇਆ ਉਹ ਹੋਇਆ। ਮਤਲਬ ਜਿਸ ਵਕਤ 37 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ 6-7 ਸੂਬਿਆਂ ਦੇ ਵਿੱਚ ਉਹਦੀ ਹੁਕਮਰਾਨੀ ਬਣੀ। ਮੈਂ ਕਹਿੰਦਾ ਤਕਸੀਮ ਦੀ ਜਿਹੜੀ ਬੁਨਿਆਦ ਹੈ ਉਹ ਤੁਸੀਂ ਅਗਰ ਮੁਸਲਿਮ ਲੀਗ ਤੋਂ ਨਾ ਵੀ ਜੋੜੋ, ਬੁਨਿਆਦੀ ਗੱਲ ਤੇ ਇਹ ਕਿ ਮੁਸਲਿਮ ਲੀਗ ਦਾ ਬਣਨਾ ਹੀ ਇੰਡੀਆ ਦੀ ਤਕਸੀਮ ਦੀ ਬੁਨਿਆਦ ਹੈ। ਮੁਸਲਿਮ ਲੀਗ ਦਾ ਮੁਤਾਲਬਾ ਜੁਦਾਗਾਨਾ ਇੰਤਖਾਬਾਤ ਔਰ ਬਦਕਿਸਮਤੀ ਦੇ ਨਾਲ ਕਾਂਗਰਸ ਤੋਂ ਅੰਗਰੇਜ਼ਾਂ ਨੇ ਵੀ ਮਨਵਾ ਲਿਆ ਔਰ ਕਾਂਗਰਸ ਨੇ ਇਸ ਵਾਸਤੇ ਮੰਨ ਲਿਆ ਕਿ ਸ਼ਾਇਦ ਇਹ ਮੰਨਣ ਦੇ ਨਾਲ ਮੁਸਲਿਮ ਲੀਗ ਦੇ ਲੋਕ ਜਾਂ ਮੁਸਲਮਾਨ ਜਿਹੜੇ ਨੇ ਇਹ ਕੁਝ ਕਾਂਗਰਸ ਦੇ ਕਰੀਬ ਆ ਜਾਣ। ਹੋਇਆ ਲੇਕਿਨ ਇਹ ਕਿ ਉਹ ਕਾਂਗਰਸ ਦੇ ਕਰੀਬ ਆਉਣ ਦੀ ਬਜਾਏ ਉਹ ਹੋਰ ਜ਼ਿਆਦਾ ਉਹਨਾਂ ਨੂੰ ਪਜ਼ੀਰਾਈ